ਸੋ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸੋ ਦੋਸਤੋ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਅਸੀਂ ਮੁਲਾਕਾਤ ਕਰ ਰਹੇ ਹਾਂ ਟੈਲੀਫੋਨ ਦੇ ਰਾਹੀਂ ਸਰਜੈਂਟ ਬਲਦੀਪ ਸਿੰਘ ਔਜਲਾ ਉਹਨਾਂ ਦੇ ਨਾਲ, ਜਿਹੜੇ ਕਿ 21 ਡਿਵੀਜ਼ਨ 'ਚ ਪੀਲ ਪੁਲਿਸ ਵਜੋਂ ਸੇਵਾ ਨਿਭਾ ਰਹੇ ਨੇ। ਸੋ ਕਿਉਂਕਿ ਸਟੇ ਐਟ ਹੋਮ ਦੇ ਆਰਡਰ ਨੇ ਅੰਟਾਰੀਓ ਪ੍ਰੋਵਿੰਸ 'ਚ, ਤੇ ਪੁਲਿਸ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਕਿ ਇਹਨਾਂ ਆਰਡਰਸ ਨੂੰ ਸਹੀ ਢੰਗ ਨਾਲ ਇੰਪਲੀਮੈਂਟ ਕੀਤਾ ਜਾਵੇ ਔਰ ਲੋਕ ਪਾਲਣਾ ਕਰਨ ਜੋ ਆਰਡਰਸ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਦਿੱਤੇ ਗਏ ਨੇ। ਤੋ ਸਰਜੈਂਟ ਬਲਦੀਪ ਔਜਲਾ ਸਾਡੇ ਨਾਲ ਜੁੜੇ ਹੋਏ ਨੇ ਫੋਨ ਦੁਆਰਾ। ਬਹੁਤ ਬਹੁਤ ਸਵਾਗਤ ਹੈ ਬਲਦੀਪ ਔਜਲਾ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਗਗਨ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਸ ਵੇਲੇ ਸਟੇ ਐਟ ਹੋਮ ਦੇ ਆਰਡਰ ਨੇ ਔਰ ਤੁਸੀਂ ਪੁਲਿਸ ਵਜੋਂ ਬੜੇ ਬਿਜ਼ੀ ਹੋ, ਜ਼ਿੰਮੇਵਾਰੀ ਬਹੁਤ ਪਈ ਹੋਈ ਹੈ ਪੁਲਿਸ ਦੇ ਉੱਤੇ। ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਸ ਤਰ੍ਹਾਂ ਦੀਆਂ ਗਾਈਡਲਾਈਨਸ ਨੇ, ਖਾਸ ਤੌਰ ਜਿਹੜੀਆਂ ਪ੍ਰੋਵਿੰਸ਼ੀਅਲ ਗਾਈਡਲਾਈਨਸ ਨੇ ਤੇ ਪੁਲਿਸ ਦੀਆਂ ਗਾਈਡਲਾਈਨਸ ਨੇ ਜੋ ਲੋਕਾਂ ਲਈ, ਜੋ ਮੋਟੇ ਤੌਰ ਤੇ ਆਪਾਂ ਕਹਿ ਸਕਦੇ ਕਿ ਲੋਕਾਂ ਨੂੰ ਇਹਨਾਂ ਜਿਹੜੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ। ਥੈਂਕ ਯੂ ਗਗਨ ਜੀ। ਜਿਹੜੇ ਆਪਾਂ ਲਈਏ ਬੇਸਿਕ ਮੈਂ ਜਿਹੜਾ ਆਪਾਂ ਹੈਡਿੰਗਸ ਦੀ ਗੱਲ ਕਰੀਏ ਵੀ ਜਿਹੜਾ ਓਵਰਵਿਊ ਆ ਉਹਦੇ ਵਿੱਚ ਆਪਾਂ ਜਿਹੜਾ ਪ੍ਰੋਵਿੰਸ ਵੱਲੋਂ ਦਿੱਤਾ ਗਿਆ, ਰੀਜਨਲ ਪੀਲ ਵੱਲੋਂ ਵੀ ਹੈਗਾ ਜੀ, ਉਹਦੇ ਚ ਹੈਗਾ ਜੀ ਸੋਸ਼ਲ ਗੈਦਰਿੰਗਸ ਤੇ ਤੁਹਾਨੂੰ ਕੋਈ ਵਿਜ਼ਿਟ ਕਰਦਾ ਆ, ਸਕੂਲ, ਚਾਈਲਡ ਕੇਅਰ ਤਾਂ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਜੀ, ਜਿਹੜੇ ਬਿਜ਼ਨੈਸਸ ਹੈਗੇ ਆ ਛੋਟੇ ਵੱਡੇ ਦੋਨੋਂ ਜੀ, ਤਾਂ ਹੋਰ ਬਿਜ਼ਨਸ ਫੈਸਿਲਿਟੀਜ਼ ਆ ਜਿਹਦੇ ਵਿੱਚ ਰੈਸਟੋਰੈਂਟਸ ਵੀ ਆਉਂਦੇ, ਬਾਰਸ ਵੀ ਆਉਂਦੇ ਆ ਜੀ, ਐਂਡ ਫੂਡ ਐਂਡ ਡਰਿੰਕ ਐਸਟੈਬਲਿਸ਼ਮੈਂਟਸ ਆਉਂਦੀਆਂ ਜਿਵੇਂ ਕਿ ਪੀਜ਼ਾ ਸਟੋਰ ਹੋ ਗਏ ਜਾਂ ਹੋਰ ਇਦਾਂ ਦੀਆਂ ਐਸਟੈਬਲਿਸ਼ਮੈਂਟਸ ਹੋ ਗਈਆਂ ਜੀ। ਉਸ ਤੋਂ ਬਾਅਦ ਆਉਂਦੀ ਸਪੋਰਟਸ ਐਂਡ ਰੈਕ੍ਰੀਏਸ਼ਨਲ ਫੈਸਿਲਿਟੀ ਜਿਵੇਂ ਕਿ ਸਿਟੀ ਦੀਆਂ ਵੀ ਹੈਗੀਆਂ ਜਾਂ ਜਿਹੜੇ ਬਾਹਰ ਓਪਨ ਪਾਰਕਸ ਹੈਗੇ ਆ ਜੀ। ਤਾਂ ਫਰਦਰ ਆ ਜਾਂਦਾ ਜੀ ਪਲੇਸਿਸ ਆਫ ਵਰਸ਼ਿਪ, ਜਿਹਦੇ ਵਿੱਚ ਆਪਣੇ ਗੁਰਦੁਆਰੇ, ਮੰਦਿਰ, ਮਸਜਿਦਾਂ ਔਰ ਕੋਈ ਸੈਨੇਗਾਜ਼ ਜਾਂ ਚਰਚ ਆ ਜਾਂਦੇ ਜੀ। ਤਾਂ ਫਿਰ ਆਪਾਂ ਕਵਰ ਕਰਦੇ ਜੀ ਬੈਂਕਟ ਹਾਲਸ, ਮੀਟਿੰਗ ਇਵੈਂਟ ਸਪੇਸਿਸ, ਰੀਟੇਲ ਸਪੇਸਿਸ। ਸੋ ਮੋਟੇ ਤੌਰ ਤੇ ਇਹ ਜਿਹੜੇ ਹੈਡਿੰਗਸ ਆ ਇਹ ਕਵਰ ਕੀਤੇ ਗਏ। ਤਾਂ ਉਹਨਾਂ ਦੀਆਂ ਫਰਦਰ ਜਿਹੜੀਆਂ ਰਿਸਟ੍ਰਿਕਸ਼ਨਸ ਉਹਨਾਂ ਦੇ ਵਿੱਚ ਆ, ਉਹਨਾਂ ਦੀ ਗਾਈਡਲਾਈਨਸ ਆ, ਉਹ ਅਲੱਗ-ਅਲੱਗ ਜਗ੍ਹਾ ਲਈ ਹੈਗੀਆਂ ਜੀ। ਤਾਂ ਇੱਥੇ ਤੁਸੀਂ ਮੁੱਖ ਤੌਰ ਤੇ ਇਹ ਦੇਖਦੇ ਹੋ ਕਿ ਗੈਦਰਿੰਗ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਸੋ ਕਿੰਨੀ ਗੈਦਰਿੰਗ ਦੀ ਲਿਮਿਟ ਜਿਹੜੀ ਹੈ ਉਸ ਤੇ ਤੁਸੀਂ ਨਜ਼ਰ ਰੱਖਦੇ ਹੋ? ਦੇਖੋ ਜੀ, ਜਿਹੜਾ ਸਟੇ ਐਟ ਹੋਮ ਆਰਡਰ ਆਇਆ ਜੇ ਇਹੋ 14 ਜਨਵਰੀ 2021 ਨੂੰ ਸਵੇਰੇ ਤੜਕੇ ਕਹਿ ਲਓ ਵੀ ਰਾਤ ਨੂੰ 12:01 ਤੇ ਲਾਗੂ ਹੋਇਆ ਆ। ਹਾਂਜੀ। ਉਹਦੇ ਵਿੱਚ ਜਿਹੜਾ ਸਟੇ ਐਟ ਹੋਮ ਹੈ ਕਿ ਕੋਸ਼ਿਸ਼ ਆਪਾਂ ਕਰਨੀ ਆ, ਬਲਕਿ ਫੋਰਸ ਵੀ ਅਸੀਂ ਕਰ ਸਕਦੇ, ਪਰ ਸਾਡੀ ਇਸ ਵੇਲੇ ਤਾਂ ਕਹਿ ਲਓ ਵੀ ਬੇਨਤੀ ਆ ਸਾਰਿਆਂ ਨੂੰ ਕਿ ਜੇ ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਐਬਸੋਲੂਟਲੀ, ਕਿਸੇ ਮੈਡੀਕਲ ਐਮਰਜੈਂਸੀ ਕਰਕੇ ਜਾਂ ਗਰੋਸਰੀ ਲੈਣ ਲਈ ਜਾਂ ਹੋਰ ਕਿਸੇ ਬਹੁਤ ਹੀ ਜ਼ਰੂਰੀ ਕੰਮ ਲਈ, ਉਸ ਤੋਂ ਇਲਾਵਾ ਐਂਡ ਵਰਕ ਲਈ, ਜੇ ਤੁਹਾਡਾ ਵਰਕ ਤੁਹਾਨੂੰ ਛੁੱਟੀ ਨਹੀਂ ਗੀ ਜਾਂ ਤੁਸੀਂ ਵਰਕ ਐਟ ਹੋਮ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਬਾਹਰ ਜਾਣ ਤੋਂ ਗੁਰੇਜ਼ ਕਰੋ ਔਰ ਬਾਹਰ ਜਾਣਾ ਜਿੰਨਾ ਘਟਾ ਸਕਦੇ ਘਟਾਵੋ। ਬਾਕੀ ਜਿਹੜੀ ਕਲੋਜ਼ ਕੰਟੈਕਟ ਲਿਮਿਟ ਆ ਉਹ ਹੈਗੀ ਜੀ, ਆਪਾਂ ਮਤਲਬ ਜੇ ਆਪਾਂ 2 ਮੀਟਰ ਦੂਰ ਰਹਿ ਸਕਦੇ ਬਾਹਰ ਕਿਸੇ ਤੋਂ, ਔਰ ਇੱਕ ਘਰ ਦੇ ਵਿੱਚ 5 ਬੰਦਿਆਂ ਤੋਂ ਜ਼ਿਆਦਾ ਇਕੱਠੇ ਨਾ ਹੋਵੋ ਜੇ ਤੁਸੀਂ ਉਸ ਘਰ ਦਾ ਹਾਊਸ ਹੋਲਡ ਦਾ ਪਾਰਟ ਨਹੀਂਗੇ ਜੀ। ਸੋ ਮੈਂ ਕਲੈਰੀਫਾਈ ਕਰ ਦਿੰਦਾ ਕਿ ਜੇ ਤੁਸੀਂ ਇੱਕ ਘਰ ਦੇ ਵਿੱਚ 7 ਫੈਮਿਲੀ ਮੈਂਬਰਸ ਰਹਿੰਦੇ ਆ ਉਸ ਤੇ ਨਹੀਂ ਪ੍ਰੋਬਲਮ, ਉਸ ਤੇ ਨਹੀਂ ਜੀ। ਪਰ ਜੇ ਕੋਈ ਬਾਹਰੋਂ ਆ ਕੇ ਆਪਣੇ ਯਾਰ ਦੋਸਤ, ਆਪਾਂ ਕਹਿੰਦੇ ਵੀ ਥੋੜੀ ਦੇਰ ਆਪਾਂ ਕਹਿ ਲਓ ਵੀ ਹਾਈਪੋਥੈਟਿਕਲੀ ਆਪਾਂ ਡਰਾਈਵੇ 'ਚ ਇਕੱਠੇ ਹੋ ਜਾਈਏ ਜੀ। ਜੇ 4 ਯਾਰ ਦੋਸਤ ਆ ਗਏ ਆ, ਕੋਈ ਦੂਰ ਗੱਡੀਆਂ ਖੜੀ ਕਰਕੇ ਤੁਸੀਂ 2 ਮੀਟਰ ਦੇ ਡਿਸਟੈਂਸ ਤੇ ਦੂਜੇ ਤੋਂ ਖੜੇ ਹੋ ਸਕਦੇ ਆ, ਤਾਂ ਕੋਈ ਪ੍ਰੋਬਲਮ ਨਹੀਂ ਹੈ। ਅਸੀਂ ਸਾਡਾ ਮੇਨ ਮੋਟਿਵ ਜਿਹੜਾ ਆ ਇਨਫੋਰਸਮੈਂਟ ਤਾਂ ਚਲੋ ਇੱਕ ਐਸਪੈਕਟ ਹੁੰਦਾ ਹੀ ਆ, ਪਰ ਜਿਹੜਾ ਸਾਡਾ ਮੇਨ ਮੋਟਿਵ ਆ ਐਜੂਕੇਸ਼ਨ ਆ ਔਰ ਇਸ ਵਾਇਰਸ ਨੂੰ ਬੀਟ ਕਰਨਾ, ਕਿ ਆਪਾਂ ਐਜ਼ ਕਮਿਊਨਿਟੀ, ਐਜ਼ ਰੀਜਨ ਆਪਾਂ ਇਹਨੂੰ ਛੇਤੀ ਤੋਂ ਛੇਤੀ ਬੀਟ ਕਰੀਏ ਔਰ ਲੋਕ ਆਪਣੀ ਰੈਗੂਲਰ ਲਾਈਫ ਰਹਿ ਸਕਣ। ਬਿਲਕੁਲ, ਤਾਂ ਕਿ ਜਿਹੜੀ ਇਹ ਐਮਰਜੈਂਸੀ ਸਿਚੁਏਸ਼ਨ ਆਈ ਹੋਈ ਹੈ ਹੈਲਥ ਦੀ, ਉਸ ਤੋਂ ਸਾਰਿਆਂ ਨੂੰ ਨਿਜਾਤ ਮਿਲੇ ਔਰ ਜਿਹੜੇ ਕੇਸਿਸ ਉਹ ਘੱਟ ਹੋਣ। ਇਸ 'ਚ ਇੱਕ ਬਲਦੀਪ ਜੀ ਹੋਰ ਗੱਲ ਜੁੜਦੀ ਹੈ, ਕਿਉਂਕਿ ਲੋਕ ਹੁਣ ਜ਼ਿਆਦਾਤਰ ਘਰਾਂ ਦੇ ਵਿੱਚ ਨੇ। ਸੋ ਕਈ ਵਾਰ ਇਸ ਤਰ੍ਹਾਂ ਦੇ ਦਿਮਾਗ 'ਚ ਕਈਆਂ ਦੇ ਫੁਰ ਜਾਂਦੇ ਨੇ, ਖਿਆਲ ਆ ਜਾਂਦੇ ਨੇ ਕਿ ਕਿਉਂ ਨਾ ਛੋਟੀ ਮੋਟੀ ਪਾਰਟੀ ਕਰ ਲੈਂਦੇ ਆ ਘਰ ਦੇ ਵਿੱਚ, ਕਿਹੜਾ ਪਤਾ ਲੱਗਦਾ ਪੁਲਿਸ ਨੂੰ ਜਾਂ ਇਨਫੋਰਸਮੈਂਟ ਨੂੰ, ਤਾਂ ਉਹ ਕਿਤੇ ਗੈਦਰਿੰਗ ਇੱਦਾਂ ਦੀ ਰੱਖ ਲੈਂਦੇ ਨੇ। ਸੋ ਉੱਥੇ ਵੀ ਪੁਲਿਸ ਨਜ਼ਰ ਰੱਖਦੀ ਹੈ, ਖਾਸ ਤੌਰ 'ਤੇ ਜਿਹੜੀਆਂ ਘਰਾਂ ਦੇ ਵਿੱਚ ਜਾਂ ਗਲੀਆਂ ਜਾਂ ਕਈ ਘਰ ਇੱਦਾਂ ਹੁੰਦੇ ਨੇ ਜਿਹੜੇ ਥੋੜ੍ਹੇ ਸਾਈਡ 'ਤੇ ਹੁੰਦੇ ਨੇ। ਹਾਂਜੀ ਬਿਲਕੁਲ ਜੀ। ਗਗਨ ਜੀ, ਇਸ ਤਰ੍ਹਾਂ ਦੇਖੋ ਕਿ ਆਪਾਂ ਨਜ਼ਰ ਰੱਖਣ ਦਾ ਇੱਕ ਤਾਂ ਹੋ ਜਾਂਦਾ ਕਿ ਆਪਾਂ ਇਨਫੋਰਸਮੈਂਟ ਸਾਡੇ ਜਿਹੜੇ ਸਾਨੂੰ ਜਿਹੜੀਆਂ ਹਦਾਇਤਾਂ ਪ੍ਰੋਵਿੰਸ ਵੱਲੋਂ ਜਾਂ ਰੀਜਨ ਵੱਲੋਂ ਜਾਂ ਸਾਡੇ ਚੀਫ ਵੱਲੋਂ ਆ, ਉਹ ਹਦਾਇਤਾਂ ਸਾਡੀਆਂ ਮੇਨਲੀ ਇਹੋ ਆ ਕਿ ਤੁਸੀਂ ਜ਼ਬਰਦਸਤੀ ਕਿਸੇ ਦੇ ਘਰ 'ਚ ਨਹੀਂ ਜਾਣਾ। ਬਿਲਕੁਲ। ਜੇ ਜਦ ਤੱਕ ਕੋਈ ਸ਼ਿਕਾਇਤ ਨਹੀਂ ਆਉਂਦੀ, ਤੁਸੀਂ ਕਿਸੇ ਦੀਆਂ ਕਾਰਾਂ ਜ਼ਬਰਦਸਤੀ ਨਹੀਂ ਰੋਕਣੀਆਂ ਅਨਲੈਸ ਕਿ ਕੋਈ ਹੈਵੀ ਟ੍ਰੈਫਿਕ ਐਕਟ ਅਫੈਂਸ ਪਹਿਲਾਂ ਕਮਿਟ ਕੀਤਾ ਗਿਆ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਕਾਰ ਦੇ ਵਿੱਚ ਜੇ 7 ਸੀਟਰ ਕਾਰ ਹੈ 7 ਜਣੇ ਬੈਠੇ ਆ, ਅਸੀਂ ਕਾਰ ਨੂੰ ਇਸ ਕਰਕੇ ਨਹੀਂ ਰੋਕਣਾ ਕਿ 7 ਜਣੇ ਬੈਠੇ ਆ, ਪਰ ਜੇ ਉਸ ਕਾਰ ਨੂੰ ਰੈੱਡ ਲਾਈਟ ਰਨ ਕਰਕੇ ਰੋਕਿਆ ਗਿਆ ਤਾਂ ਫਿਰ ਸਾਨੂੰ ਪਾਇਆ ਗਿਆ ਕਿ ਬੰਦੇ ਸਿਰਫ ਲੇਡੀਜ਼ ਜਾਂ ਬੱਚੇ ਜਾਂ ਜੋ ਵੀ ਕੋਈ ਬਿਸ਼ੰਦਾ ਹੈਗਾ ਆ, ਉਹ ਸਿਰਫ ਆਪਣੀ ਇੰਜੋਇਮੈਂਟ ਲਈ ਜਾਂ ਆਸੇ ਪਾਸੇ ਘੁੰਮਣ ਲਈ ਜਾ ਰਹੇ ਆ।
ਜੀ ਫਿਰ ਉਹਦੇ ਤੇ ਐਨਫੋਰਸਮੈਂਟ ਐਕਸ਼ਨ ਲਿਆ ਜਾ ਸਕਦਾ ਹੈ। ਜੀ ਪਰ ਐਸ ਸੱਚ ਆਪਾਂ ਨਜ਼ਰ ਰੱਖਣ ਦੀ ਗੱਲ ਕਰੀਏ, ਅਸੀਂ ਐਕਟਿਵਲੀ ਪਰਸਿਊ ਨਹੀਂ ਕਰ ਰਹੇ ਵੀ ਲੋਕਾਂ ਦੇ ਮਗਰ ਜਾਈਏ, ਪਰ ਜੇ ਕੋਈ ਕੰਪਲੇਂਟ ਆਉਂਦੀ ਹੈ ਤਾਂ ਉਹਨੂੰ ਫੋਲੋ ਅਪ ਜ਼ਰੂਰ ਕੀਤਾ ਜਾਊਗਾ। ਹਾਂ, ਕਿਉਂਕਿ ਹਰ ਕੋਈ ਚਿੰਤਤ ਆ। ਜੇਕਰ ਕਿਸੇ ਨੂੰ ਲੱਗਦਾ ਕਿ ਸਾਡੇ ਨੇੜੇ ਇਸ ਤਰ੍ਹਾਂ ਕੋਈ ਹੋ ਰਿਹਾ ਤਾਂ ਉਹਨਾਂ ਲਈ ਖਤਰਾ ਬਣ ਸਕਦਾ, ਉਹ ਜੇਕਰ ਇਨਫੋਰਮ ਪੁਲਿਸ ਨੂੰ ਕਰ ਸਕਦਾ, ਉੱਥੇ ਪੁਲਿਸ ਐਕਟ ਕਰੂਗੀ। ਇਹੀ ਤੁਹਾਡੇ ਕਹਿਣ ਦਾ ਮਕਸਦ ਹੈ। ਬਿਲਕੁਲ ਜੀ, ਇਹ ਆਪਣੀ ਇੱਕ ਤਾਂ ਪਰਸਨਲ ਜ਼ਿੰਮੇਵਾਰੀ ਤਾਂ ਬਣਦੀ ਆ, ਪਰ ਐਜ਼ ਅ ਕਲੈਕਟਿਵ ਆਪਣੀ ਕਮਿਊਨਿਟੀ ਦੀ ਵੀ ਜ਼ਿੰਮੇਵਾਰੀ ਬਣਦੀ ਆ, ਸੁਸਾਇਟੀ ਦੀ ਵੀ, ਕਿ ਜੇ ਮੈਂ ਦੇਖ ਰਿਹਾ ਕਿ ਮੇਰੇ ਗੁਆਂਢੀ ਘਰ ਦੇ ਵਿੱਚ 15, 20, 25 ਜਣੇ ਇਕੱਠੇ ਹੋਏ ਆ, ਉਹ ਹੋ ਸਕਦਾ ਕਿ ਉਹਨਾਂ ਦਾ ਪ੍ਰਾਈਵੇਟ ਇਵੈਂਟ ਹੋਵੇ, ਆਪਾਂ ਇਕੱਠੇ ਤਾਂ ਹੋ ਨਹੀਂ ਸਕਦੇ, ਪਰ ਚੱਕਰ ਇਹ ਆ ਵੀ ਉਹ ਸੁਪਰ ਸਪਰੈਡਰ ਇਵੈਂਟ ਬਣ ਸਕਦਾ, ਜਿਹਦੇ ਨਾਲ ਕੱਲ ਨੂੰ ਮੈਂ ਵੀ ਇਫੈਕਟ ਹੋਊਗਾ, ਹੋਰ ਕਮਿਊਨਿਟੀ ਮੈਂਬਰਸ ਵੀ ਇਫੈਕਟ ਹੋਣਗੇ। ਸੋ ਮਤਲਬ ਲੌਂਗ ਸਟੋਰੀ ਸ਼ਾਰਟ, ਵੀ ਜਿਹੜੀ ਆਪਾਂ ਚੇਨ ਨੂੰ ਤੋੜਨਾ ਆ, ਉਸ ਚੇਨ ਨੂੰ ਤੋੜਨ ਲਈ ਛੋਟੇ ਸਟੈਪਸ ਬਹੁਤ ਜ਼ਰੂਰੀ ਹੈ ਜੀ। ਬਿਲਕੁਲ। ਸੋ ਔਜਲਾ ਸਾਹਿਬ, ਆਪਾਂ ਗੱਲ ਜਾਰੀ ਰੱਖਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤਾਂ ਬ੍ਰੇਕ ਤੋਂ ਬਾਅਦ 1-2 ਸਵਾਲ ਮੈਂ ਤੁਹਾਨੂੰ ਹੋਰ ਕਰਾਂਗਾ ਇਸ ਬਾਰੇ ਦੇ ਵਿੱਚ। ਸੋ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਠੀਕ ਹੈ ਜੀ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਪ੍ਰਵਾਸੀ ਟੀਵੀ ਦੇ। ਹਾਂ ਠੀਕ ਹੈ, 1 ਮਿੰਟ ਬਸ ਬਲਦੀਪ ਜੀ, ਬਸ ਦੁਬਾਰਾ ਕਰ। ਠੀਕ ਹੈ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਸੋ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਬਲਦੀਪ ਔਜਲਾ ਜੀ ਨਾਲ, ਜਿਹੜੇ ਸਰਜੈਂਟ ਨੇ 21 ਡਿਵੀਜ਼ਨ ਪੀਲ ਪੁਲਿਸ 'ਚ। ਸੋ ਉਹ ਸਾਨੂੰ ਦੱਸ ਰਹੇ ਨੇ ਕਿਸ ਤਰ੍ਹਾਂ ਸਟੇ ਐਟ ਹੋਮ ਦੇ ਜਿਹੜੇ ਆਰਡਰਸ ਨੇ ਪ੍ਰੋਵਿੰਸ ਵੱਲੋਂ, ਉਸ ਬਾਰੇ ਪੁਲਿਸ ਕੀ ਕੁਛ ਕਰ ਰਹੀ ਹੈ ਔਰ ਕੀ ਗਤੀਵਿਧੀਆਂ ਜਿਹੜੀਆਂ ਪੁਲਿਸ ਦੀਆਂ ਚੱਲ ਰਹੀਆਂ ਨੇ। ਸੋ ਬਲਦੀਪ ਜੀ, ਜਿਸ ਤਰ੍ਹਾਂ ਤੁਸੀਂ ਜਿਹੜੀ ਪੁਲਿਸ ਆ ਉਹ ਲਗਾਤਾਰ ਮੁਸਤੈਦ ਰਹਿੰਦੀ ਹੈ, ਔਰ ਆਪਾਂ ਦੇਖਦੇ ਹਾਂ ਕਿ ਜਿੱਥੇ ਖਾਸ ਤੌਰ 'ਤੇ ਬਰੈਂਪਟਨ ਰੀਜਨ 'ਚ ਬਹੁਤ ਸਾਰੀਆਂ ਐਕਟੀਵਿਟੀਜ਼, ਜਿਸ ਤਰ੍ਹਾਂ ਕੱਲ੍ਹ ਵੀ ਇੱਕ ਵਾਰਦਾਤ ਜਿਹੜੀ ਸ਼ੂਟਿੰਗ ਦੀ ਹੋਈ, ਇਸ ਤਰ੍ਹਾਂ ਦੇ ਵੀ ਤੁਹਾਨੂੰ ਕੇਸਿਸ ਨਾਲ ਹੱਲ ਕਰਨੇ ਪੈ ਰਹੇ ਨੇ। ਸੋ ਇੱਥੇ ਤੁਹਾਡੀ ਜਿਹੜੇ ਤੁਹਾਡੇ ਨਾਲ ਦਾ ਸਟਾਫ ਹੈ, ਉਸ ਦੀ ਵੀ ਤੁਸੀਂ ਖਿਆਲ ਰੱਖ ਰਹੇ ਹੋ, ਜਾਂ ਉਸ ਬਾਰੇ ਵੀ ਇਸ ਤਰ੍ਹਾਂ ਕਿ ਉਹਨਾਂ ਦੀ ਮੈਂਟਲ ਹੈਲਥ ਜਾਂ ਉਹਨਾਂ ਦੀ ਕੋਈ ਮਾਨਸਿਕ ਤਣਾਅ 'ਚ ਨਾ ਆਉਣ ਇੰਨੇ ਜ਼ਿਆਦਾ ਵਰਕਲੋਡ ਦੇ ਨਾਲ? ਬਿਲਕੁਲ ਜੀ, ਇਹ ਦੇਖੋ, ਜਿਹੜਾ ਮੈਂਟਲ ਹੈਲਥ ਪ੍ਰੋਗਰਾਮ ਜਾਂ ਸਾਡੇ ਆਪਣੇ EMPLOYEES ਲਈ, ਉਹ ਤਾਂ ਹਮੇਸ਼ਾ ਤੋਂ ਹੀ ਚੱਲਦੇ ਰਹਿੰਦੇ, ਪਰ ਇਹਨਾਂ ਦੇ ਨਾਲ ਜਿਹੜਾ ਲੇਟੈਸਟ ਆਪਣਾ COVID-19 ਦਾ ਪ੍ਰਕੋਪ ਹੋਇਆ ਆ, ਉਹਦੇ ਕਰਕੇ ਹੈਲਥ ਕੇਅਰ ਤੇ ਪੁਲਿਸ ਆਰਗੇਨਾਈਜੇਸ਼ਨਸ ਤੇ ਕਿਸੇ ਵੀ ਤਰ੍ਹਾਂ ਦੀ ਏਜੰਸੀ ਜਿਹੜੇ ਐਸੈਂਸ਼ੀਅਲ ਵਰਕਰ ਜਿਹਨਾਂ ਨੂੰ ਕੰਮ ਤੇ ਜਾਣਾ ਹੀ ਪੈਣਾ ਆ, ਉਹਨਾਂ ਤੇ ਬਹੁਤ ਫਰਕ ਪੈ ਰਿਹਾ। ਸੋ ਜਿਵੇਂ ਕਿ ਤੁਸੀਂ ਮੈਂਸ਼ਨ ਕੀਤਾ ਕਿ ਕੱਲ ਰਾਤੀ ਸ਼ੂਟਿੰਗ ਹੋਈਆਂ ਆ, ਉਹ ਇਨਸੀਡੈਂਟਸ ਜਿਹੜੇ ਹੋਏ ਆ, ਉਹ ਰਿਸੋਰਸਿਸ ਉਧਰ ਨੂੰ ਵੀ ਪੁੱਲ ਹੁੰਦੇ ਆ, ਪਰ ਔਨ ਦੀ ਅਦਰ ਹੈਂਡ ਜਿਹੜਾ ਕਿ ਸਾਡਾ ਕਮਿਊਨਿਟੀ ਸਰਵਿਸ, ਜਿਹੜਾ ਸਾਡਾ ਬੇਸਿਕ ਮਾਡਲ ਆ, ਕਮਿਊਨਿਟੀ ਵੈਲਫੇਅਰ ਮਾਡਲ ਆ, ਅਸੀਂ ਉਹ ਤੋਂ ਦੂਰ ਨਹੀਂ ਹਟ ਸਕਦੇ। ਸਾਡੀ ਕਮਿਊਨਿਟੀ ਨੂੰ ਸਰਵਿਸ ਅਸੀਂ ਜਾਰੀ ਰੱਖਦੇ ਆ। ਸੋ ਜੇ ਮੈਂ ਕਹਾਂ ਕਿ ਐਜ਼ ਅ ਸਰਜੈਂਟ ਔਨ ਦ ਰੋਡ ਜਾਂ ਐਜ਼ ਸਰਜੈਂਟ ਐਟ 21 ਡਿਵੀਜ਼ਨ, ਮੈਨੂੰ ਇਹ ਬੜਾ ਬੈਲੈਂਸ ਰੱਖਣਾ ਪੈਂਦਾ ਕਿ ਕਿੰਨੇ ਰਿਸੋਰਸਿਸ ਮੈਂ ਡਿਪਲੋਏ ਕਰਾਂ ਐਮਰਜੈਂਸੀ ਸਿਚੁਏਸ਼ਨਸ ਲਈ, ਪਰ ਕਿੰਨੇ ਰਿਸੋਰਸਿਸ ਮੈਂ ਡਿਪਲੋਏ ਕਰਾਂ ਜਿੱਥੇ ਕਿ ਕੋਈ ਗੈਦਰਿੰਗ ਦੀ ਕਾਲ ਆ ਜਾਵੇ। ਤਾਂ ਸੋ ਇਹਦੇ ਸਿਲਸਿਲੇ ਦੇ ਵਿੱਚ ਇੱਕ ਥੋੜੀ ਫਰਦਰ ਇਨਫੋਰਮੇਸ਼ਨ ਮੈਂ ਇਹ ਦੇਣੀ ਚਾਹੁੰਦਾ ਆ ਕਿ ਹਰ ਵਾਰੀ 911 ਕਾਲ ਕਰਨਾ ਜ਼ਰੂਰੀ ਨਹੀਂ ਹੈ। ਜਿਹੜੀ ਸਿਟੀ ਦੀ 311 ਦੀ ਲਾਈਨ ਆ, ਬਰੈਂਪਟਨ ਬਾਇਲਾ ਦੀ ਜਾਂ ਸਿਟੀ ਆਫ ਬਰੈਂਪਟਨ ਦੀ, ਤੁਸੀਂ ਜੇ ਕੋਈ ਤੁਹਾਨੂੰ ਗੈਦਰਿੰਗ ਨਜ਼ਰ ਆਉਂਦੀ ਆ ਔਰ ਉੱਥੇ ਕਿਸ ਤਰ੍ਹਾਂ ਦਾ ਕੋਈ ਹੋਰ ਖਦਸ਼ਾ ਨਹੀਂ ਵੀ ਇੱਥੇ ਲੜਾਈ ਝਗੜਾ ਹੋ ਸਕਦਾ ਹੈ, ਤਾਂ ਤੁਸੀਂ 311 ਪਲੀਜ਼ ਕਾਲ ਕਰੋ। ਜਦੋਂ ਬਾਇਲਾ ਐਨਫੋਰਸਮੈਂਟ ਆਫਿਸਰਸ ਆਉਣਗੇ, ਜੇ ਉਹਨਾਂ ਨੂੰ ਜ਼ਰੂਰਤ ਮਹਿਸੂਸ ਹੁੰਦੀ ਆ ਕਿ ਸਾਨੂੰ ਐਜ਼ ਬੈਕਅਪ ਪੁਲਿਸ ਦੀ ਲੋੜ ਆ, ਤਾਂ ਉਹ ਸਾਨੂੰ ਕਾਲ ਕਰ ਲੈਂਦੇ ਆ। ਅਸੀਂ ਸਿਚੁਏਸ਼ਨ ਨੂੰ ਮੋਨੀਟਰ ਜ਼ਰੂਰ ਕਰੀਦਾ ਕਿ ਜੇ ਸਾਡੀ ਲੋੜ ਤਾਂ ਅਸੀਂ ਪਹੁੰਚੀਏ। ਜੀ, ਇਹ ਤੁਸੀਂ ਬੜੀ ਵਧੀਆ ਗੱਲ ਦੱਸੀ ਕਿ ਹਰ ਵਾਰੀ ਤੁਹਾਨੂੰ 911, ਕਿਉਂਕਿ ਬਹੁਤ ਐਮਰਜੈਂਸੀ ਲਈ ਹੀ 911 ਕਰਨੀ ਹੈ, ਅਦਰਵਾਈਜ਼ ਤੁਸੀਂ ਜਿਹੜਾ ਦੂਸਰਾ ਨੰਬਰ ਹੈ 311, ਉਸ 'ਤੇ ਕਾਲ ਕਰਕੇ ਵੀ ਕੋਈ ਮੁਸ਼ਕਲ ਹੋਵੇ, ਇਸ ਤਰ੍ਹਾਂ ਜੇ ਤੁਹਾਨੂੰ ਲੱਗਦਾ ਹੋਵੇ ਕਿਤੇ ਵੱਡੀ ਗੈਦਰਿੰਗ ਹੋਈ, ਤਾਂ ਉਹ ਦੱਸ ਸਕਦੇ ਹੋ। ਸੋ ਬਲਦੀਪ ਜੀ, ਆਖਰੀ ਜਿਹੜਾ ਸਵਾਲ ਕਿ ਤੁਸੀਂ ਕੀ ਇਸ ਵਕਤ ਜਿਹੜਾ ਸੁਨੇਹਾ ਦੇਣਾ ਚਾਹੁੰਦੇ ਹੋ ਕਮਿਊਨਿਟੀ ਨੂੰ, ਕਿਉਂਕਿ ਇਸ ਵਕਤ ਜੋ ਸਿਚੁਏਸ਼ਨ ਬਣੀ ਹੋਈ ਹੈ ਸਟੇ ਐਟ ਹੋਮ ਦੇ ਆਰਡਰਸ ਦੇ ਕਰਕੇ, ਕਿ ਤਾਂ ਕਿ ਜਿਹੜੇ ਲੋਕ ਹੈ, ਖਾਸ ਤੌਰ 'ਤੇ ਜਿਹੜੇ ਸਾਡੇ ਨੌਜਵਾਨ ਨੇ, ਜਿਨ੍ਹਾਂ ਦਾ ਦਿਲ ਕਰਦਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਗੇੜੀ ਕੱਢ ਆਈਏ, ਰੌਂਡੀ ਮਾਰ ਆਈਏ, ਘਰੇ ਵਿਹਲੇ ਬੈਠੇ ਹਾਂ, ਕਿ ਇਸ ਸਿਚੁਏਸ਼ਨ ਨੂੰ ਸਮਝਣ ਅਤੇ ਘਰਾਂ 'ਚ ਰਹਿਣ। ਬਿਲਕੁਲ ਜੀ, ਹੁਣ ਆਪਾਂ ਦੇਖੀਏ ਤਾਂ ਆਲਮੋਸਟ ਗਗਨ ਸਾਲ ਹੋ ਚੱਲਾ, ਮਾਰਚ ਤੋਂ ਆਪਾਂ ਲੈ ਲਈਏ ਤਾਂ ਜੇ ਆਪਾਂ ਵਾਇਰਸ ਦੀ ਆਊਟਬ੍ਰੇਕ ਤੋਂ ਲਈਏ ਤਾਂ ਅਫਕੋਰਸ ਸਾਲ ਤੋਂ ਜ਼ਿਆਦਾ ਹੋ ਗਿਆ। ਆਪਾਂ ਜਨਵਰੀ 'ਚ ਸ਼ੁਰੂ ਹੋਏ ਸੀ, ਜਨਵਰੀ 'ਚ ਪਹੁੰਚ ਗਏ ਵਾਪਸ। ਨੋ ਡਾਊਟ ਕਿ ਯੰਗ ਬੱਚੇ ਵੀ, ਈਵਨ ਜੇ ਆਪਾਂ ਕਹੀਏ ਕਿ ਸਾਡੀ ਉਮਰ ਦੇ ਵਿੱਚ ਵੀ ਜਦੋਂ ਅਸੀਂ ਅੰਦਰ ਰਿਸਟ੍ਰਿਕਟ ਹੋਏ ਨੇ, ਬਾਹਰ ਜਾਣ ਨੂੰ ਜੀ ਕਰਦਾ। ਪਰ ਮੈਂ ਤਾਂ ਇਹਨੂੰ ਇੱਕ ਤਰ੍ਹਾਂ ਇਹ ਸਾਰੀ ਆਪਣੀ ਕਾਮਨ ਲੜਾਈ ਦੀ ਤਰ੍ਹਾਂ ਲੈਣਾ ਜੀ ਕਿ ਆਪਾਂ ਇਕੱਠੇ ਹੋ ਕੇ ਲੜਾਂਗੇ ਤਾਂ ਇਸ ਵਾਇਰਸ ਨੂੰ ਆਪਾਂ ਬੀਟ ਕਰਾਂਗੇ। ਸੋ ਜਿਹਨੂੰ ਆਪਾਂ ਕਹਿੰਦੇ ਐਂਡ ਆਫ ਦ ਟਨਲ ਤੇ ਆਪਾਂ ਲਾਈਟ ਤਾਂ ਨਜ਼ਰ
ਨਜ਼ਰ ਆ ਰਹੀ ਆ ਕਿ COVID-19 ਦੇ ਵੈਕਸੀਨ ਆ ਗਏ ਆ, ਤਾਂ ਜੇ ਵਾਹਿਗੁਰੂ ਦੀ ਕਿਰਪਾ ਰਹੀ ਤਾਂ ਵੈਕਸੀਨ ਅਸਰ ਵੀ ਕਰਨਗੇ ਔਰ ਲੋਕ ਇਸ ਤੋਂ ਬਚਣਗੇ। ਪਰ ਇਸ ਵੇਲੇ ਜਿਹਨੂੰ ਆਪਾਂ ਐਜ਼ ਕਮਿਊਨਿਟੀ, ਜਿਹੜਾ ਕਿ ਆਪਾਂ ਬਾਰ-ਬਾਰ ਦੁਨੀਆ ਸਾਰੀ ਨੂੰ ਦਿਖਾਇਆ ਕਿ ਐਜ਼ ਜੇ ਆਪਾਂ ਲਈਏ ਸਾਊਥ ਏਸ਼ੀਅਨ ਕਮਿਊਨਿਟੀ ਵਿਚ ਇਜ਼ ਪ੍ਰਡੋਮੀਨੈਂਟ ਕਿ ਇਹ ਆਪਣੇ ਬ੍ਰੈਂਪਟਨ ਏਰੀਆ ਦੇ ਵਿੱਚ, ਤਾਂ ਆਪਾਂ ਹਰ ਵਾਰੀ ਜਿਹੜੀ ਵੀ ਜੰਗ ਆਪਾਂ ਸਿਹੜੀ ਆਪਾਂ ਜਿੱਤੀ ਆ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੇ ਵੱਲੋਂ ਵੀ, ਸਾਡੇ ਚੀਫ ਵੱਲੋਂ ਵੀ ਔਰ ਐਜ਼ ਅ ਹੋਲ ਪ੍ਰੋਵਿੰਸ ਵੱਲੋਂ ਵੀ ਕਿ ਆਪਾਂ ਇਹਨੂੰ ਲੜ ਕੇ ਇੱਕ ਲੜਾਈ ਦੀ ਤਰ੍ਹਾਂ ਲਈਏ ਜਿਹਨੂੰ ਆਪਾਂ ਜਿੱਤਣਾ ਬਸ ਥੋੜੇ ਦਿਨ ਹੋ ਰਿਹਾ ਜੀ। ਵਾਹਿਗੁਰੂ ਨੇ ਚਾਹਿਆ ਤਾਂ ਆਪਾਂ ਸਬਰ ਇੰਜੋਏ ਕਰਾਂਗੇ। ਸੋ ਮੇਰੀ ਤਾਂ ਸਿਰਫ ਇਹੋ ਹੀ ਤੁਹਾਨੂੰ ਔਰ ਸਾਰੇ ਤੁਹਾਡੇ ਸਰੋਤਿਆਂ ਨੂੰ ਇਹੋ ਬੇਨਤੀ ਆ ਕਿ ਆਪਾਂ ਜਿਹੜੀਆਂ ਗਾਈਡਲਾਈਨਸ ਉਹਨਾਂ ਨੂੰ ਫੋਲੋ ਕਰੀਏ। ਜੇ ਕਿਸੇ ਨੂੰ ਕਿਸੇ ਵੇਲੇ ਵੀ ਕੋਈ ਕਲੈਰੀਫਿਕੇਸ਼ਨ ਦੀ ਲੋੜ ਆ, ਮੈਂ ਹਰ ਵੇਲੇ ਅਵੇਲੇਬਲ ਹਾਂ ਜੀ। ਮੈਂ ਪਿਛਲੇ ਤਕਰੀਬਨ 17-18 ਸਾਲ ਤੋਂ ਇਸੇ ਕਮਿਊਨਿਟੀ ਸਰਵਿਸ 'ਚ ਲੱਗਾ ਆ। ਤੁਸੀਂ 21 ਡਿਵੀਜ਼ਨ ਮਿਲੇ ਮੈਸੇਜ ਛੱਡ ਸਕਦੇ ਆ, ਮੈਂ ਤੁਹਾਨੂੰ ਆਪਣੀ ਐਜ਼ ਸੂਨ ਐਜ਼ ਪੋਸੀਬਲ ਕਾਲ ਕਰੂੰਗਾ। ਔਰ ਜੇ ਕਿਸੇ ਨੂੰ ਇਮੀਡੀਏਟ ਕੋਈ ਮੈਜਰਸ ਤੇ ਉਹਨਾਂ ਨੂੰ ਕੋਈ ਕਲੈਰੀਫਿਕੇਸ਼ਨ ਚਾਹੀਦੀ ਆ ਤਾਂ ਮੈਂ ਤੁਹਾਨੂੰ ਵੈਬਸਾਈਟ ਦਿੰਦਾ ਜੀ, ਰੀਜਨ ਅਪੀਲ ਦੀ ਵੈਬਸਾਈਟ ਆ, ਉਹਦੇ ਉੱਪਰ ਜਾ ਕੇ ਕਰੋਨਾ ਵਾਇਰਸ ਤੇ ਪਬਲਿਕ ਹੈਲਥ ਤੇ ਸਭ ਤੋਂ ਉੱਪਰ ਉਹਨੇ ਪੀਲੇ ਰੰਗ ਦੇ ਵਿੱਚ ਸਟੇ ਐਟ ਹੋਮ ਆਰਡਰ ਫॉर ਓਨਟਾਰੀਓ ਉਹਦੇ ਗੈਟ ਡਿਟੇਲਸ ਦਿੱਤਾ ਜੀ। ਜਦੋਂ ਤੁਸੀਂ ਉਹਦੇ ਤੇ ਜਾਂਦੇ ਆ ਥੱਲੇ ਤੁਹਾਨੂੰ ਸਾਰੇ ਹੈਡਿੰਗਸ ਮਿਲਦੇ, ਸੋਸ਼ਲ ਗੈਦਰਿੰਗਸ ਤੇ ਸਕੂਲਸ ਤੇ ਸਾਰੇ ਤੁਸੀਂ ਉਹਨੂੰ ਰੈਫਰ ਕਰ ਸਕਦੇ ਜੀ। ਬਿਲਕੁਲ, ਜੇਕਰ ਕਿਸੇ ਨੂੰ ਕੋਈ ਭਰਮ ਭੁਲੇਖਾ ਹੋਵੇ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਉਸ ਵੈਬਸਾਈਟ ਤੇ ਜਾ ਕੇ ਜਿਸ ਤਰ੍ਹਾਂ ਦੱਸਿਆ ਔਜਲਾ ਸਾਹਿਬ ਨੇ ਕਿ ਸਟੇ ਐਟ ਹੋਮ ਤੇ ਕਲਿੱਕ ਕਰਕੇ ਤੁਹਾਨੂੰ ਸਾਰੇ ਜਿਹੜੇ ਪਤਾ ਲੱਗ ਸਕਦਾ ਕਿ ਕੀ ਹਦਾਇਤਾਂ ਨੇ। ਬਿਲਕੁਲ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਔਜਲਾ ਸਾਹਿਬ, ਤੁਸੀਂ ਸਾਡੇ ਨਾਲ ਜੁੜੇ। ਤੁਸੀਂ ਬਹੁਤ ਬਿਜ਼ੀ ਹੋ ਪਰ ਫਿਰ ਵੀ ਤੁਸੀਂ ਦਰਸ਼ਕਾਂ ਨੂੰ ਦੱਸਿਆ ਕਿ ਕਿਹੜੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਔਰ ਕਿਸ ਤਰ੍ਹਾਂ ਪੁਲਿਸ ਦਿਨ ਰਾਤ ਇੱਕ ਕਰਕੇ ਲੋਕਾਂ ਨੂੰ ਸੇਫ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਬਲਦੀਪ ਔਜਲਾ ਜੀ ਜੋ ਪੀਲ ਪੁਲਿਸ ਤੋਂ 21 ਡਿਵੀਜ਼ਨ ਤੋਂ, ਸੋ ਜਿਨ੍ਹਾਂ ਨੇ ਅੱਜ ਦੱਸਿਆ ਕਿ ਕਿਸ ਤਰ੍ਹਾਂ ਪੁਲਿਸ ਕੰਮ ਕਰ ਰਹੀ ਹੈ। ਸੋ ਦੋਸਤੋ, ਆਪਾਂ ਸਾਰੇ ਹਦਾਇਤਾਂ ਦਾ ਪਾਲਣ ਕਰੀਏ, ਘਰਾਂ ਦੇ ਵਿੱਚ ਸੇਫ ਰਹੀਏ। ਜਲਦੀ ਹੀ ਉਹ ਦਿਨ ਆਵੇਗਾ ਔਰ ਕੁਝ ਮਹੀਨਿਆਂ ਦੇ ਵਿੱਚ ਵੀ ਆਪਾਂ ਸਾਰੇ ਸੇਫ ਹੋ ਜਾਵਾਂਗੇ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਟੌਪ 8 at 8। ਸੋ ਸਾਰੇ ਘਰਾਂ ਦੇ ਵਿੱਚ ਰਹੋ, ਖੁਸ਼ ਰਹੋ, ਸੇਫ ਰਹੋ। ਧੰਨਵਾਦ, ਮਿਹਰਬਾਨੀ।